हाँ जी प्यारे बच्चों, सब तो पहला ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਨੂੰ ਪਤਾ ਹੀ ਹੈ ਇਸ ਕਰੋਨਾ ਮਹਾਮਾਰੀ ਦੇ ਦੌਰਾਨ ਜਿਹੜੇ ਆਪਣੇ ਪੇਪਰ ਸੀ, ਐਗਜ਼ਾਮ ਸੀ, ਉਹ ਪ੍ਰੀ ਬੋਰਡ ਦੇ ਲੈ ਕੇ ਹੀ ਤੁਹਾਨੂੰ ਇੱਕ ਪ੍ਰਮੋਟ ਕੀਤਾ ਗਿਆ ਆਰਜੀ ਤੌਰ ਤੇ। ਤਾਂ ਇਸ ਦੇ ਲਈ ਆਪਾਂ ਇੱਕ ਲੈਵਲ 3 ਦੇ ਵਿੱਚ ਕੀ ਹੈ ਚਲੇ ਗਏ ਆ, ਪ੍ਰਮੋਟ ਹੋ ਗਏ ਆ, ਜਿਸ ਦੇ ਵਿੱਚ ਵੱਖ-ਵੱਖ ਤੁਹਾਨੂੰ ਐਡਵਾਂਸ ਜਿਹੜੀਆਂ ਕੰਪਿਊਟਰ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਜਾਊਗੀ। ਇਸ ਤੋਂ ਪਹਿਲਾਂ ਆਪਾਂ ਇੱਕ ਬੇਸਿਕ ਇੰਟਰਮੀਡੀਏਟ ਜਿਹੜੇ ਸੈਸ਼ਨ ਸੀ ਉਹਨਾਂ ਬਾਰੇ ਆਪਾਂ ਪੜ੍ਹਿਆ ਸੀ। ਲੈਵਲ 1 ਦੇ ਵਿੱਚ ਤੁਹਾਨੂੰ ਟਰਮੀਨੋਲੋਜੀ ਕੰਪਿਊਟਰ ਦੇ ਬਾਰੇ ਸੀ ਸਿੰਪਲ। ਉਸ ਤੋਂ ਬਾਅਦ ਆਪਾਂ MS ਐਕਸਲ, MS ਵਰਡ, MS ਪਾਵਰਪੁਆਇੰਟ ਇਹਨਾਂ ਤੇ ਵੱਖ-ਵੱਖ ਕੰਮ ਕੀਤਾ ਸੀ। ਤਾਂ ਹੁਣ ਲੈਵਲ 3 ਦੇ ਵਿੱਚ ਥੋੜ੍ਹਾ ਜਿਹਾ ਕੁਝ ਐਡਵਾਂਸ ਹੈਗਾ। ਤਾਂ ਲੈਵਲ 3 ਦੇ ਵਿੱਚ ਆਪਾਂ ਨੈਟਵਰਕਿੰਗ ਦੇ ਬਾਰੇ ਗੱਲ ਕਰਾਂਗੇ। ਤੁਹਾਡਾ ਸੈਸ਼ਨ ਵੀ ਹੈ ਨੈਟਵਰਕਿੰਗ ਨਾਲ ਜਾਣ ਪਹਿਚਾਣ। ਇਹ ਆਪਾਂ ਲੈਵਲ 2 ਦੇ ਵਿੱਚ ਹੀ ਪੜ੍ਹ ਚੁੱਕੇ ਸੀ। ਨੈਟਵਰਕ ਹੁੰਦਾ ਕੀ ਹੈ, ਲੈਨ ਕੀ ਹੈ, ਬੈਂਡ ਕੀ ਹੈ, ਠੀਕ ਹੈ। ਇਸ ਨੂੰ ਥੋੜ੍ਹਾ ਜਿਹਾ ਰਿਵਾਈਜ਼ ਕਰਵਾ ਰਹੇ ਹਾਂ ਨਾਲ ਨਾਲ, ਅਤੇ ਉਸ ਤੋਂ ਅੱਗੇ ਆਪਾਂ ਇਹਦੇ ਨਾਲ ਜਿਹੜੇ ਸੰਬੰਧਿਤ ਸੈਸ਼ਨ ਨੇ ਉਹਨਾਂ ਨੂੰ ਕੀ ਕਰਾਂਗੇ, ਰੀਡ ਕਰਾਂਗੇ। ਤਾਂ ਤੁਹਾਨੂੰ ਪਤਾ ਹੀ ਜਿਹੜਾ 2 ਜਾਂ 2 ਤੋਂ ਵੱਧ ਕੰਪਿਊਟਰਾਂ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਜੀ, ਇੱਕ ਨੈਟਵਰਕ ਕਿਹਾ ਜਾਂਦਾ। ਤਾਂ ਜਿਹੜੀ ਇਸ ਨੈਟਵਰਕ ਦੇ ਵਿੱਚ ਸੂਚਨਾ ਜਾਂ ਕੋਈ ਵੀ ਆਪਾਂ ਡਾਟਾ ਸ਼ੇਅਰ ਕਰਦੇ ਹਾਂ, ਠੀਕ ਹੈ, ਜਾਂ ਆਪਾਂ ਐਕਸੈਸ ਕਰ ਰਹੇ ਹਾਂ ਕੁਝ ਵੀ, ਉਹ ਕਿਹਦੇ ਬਦੌਲਤ ਹੋ ਰਿਹਾ ਜੀ? ਸਾਰਾ ਨੈਟਵਰਕਿੰਗ ਦੀ ਬਦੌਲਤ। ਜਿਵੇਂ ਆਪਾਂ ਕਿਸੇ ਚੀਜ਼ ਨੂੰ ਵੈਬ ਡਾਊਨਲੋਡਿੰਗ ਕਰ ਰਹੇ ਹਾਂ, ਕੁਝ ਡਾਊਨਲੋਡ ਕਰ ਰਹੇ ਹਾਂਗੇ, ਕੋਈ ਚੀਜ਼ ਅਪਲੋਡ ਕਰ ਰਹੇ ਹਾਂਗੇ, ਕੋਈ ਆਪਾਂ ਪ੍ਰਿੰਟਰ ਸ਼ੇਅਰ ਕਰ ਰਹੇ ਹਾਂਗੇ, ਇਹ ਤੁਸੀਂ ਅੱਜ ਕੱਲ੍ਹ ਆਮ ਜਿਹੜੀਆਂ ਸੇਵਾਵਾਂ ਨੇ ਤੁਸੀਂ ਵਰਤਦੇ ਹੋ, ਕਲਾਇੰਟ ਸਾਈਡ 'ਤੇ ਹੀ ਵਰਤਦੇ, ਠੀਕ ਹੈ। ਜਿਵੇਂ ਤੁਸੀਂ ਫੇਸਬੁੱਕ 'ਤੇ ਕੋਈ ਵੀਡੀਓ ਜਾਂ ਕੋਈ ਪੋਸਟ ਅਪਲੋਡ ਕਰਦੇ ਹੋ, ਤਾਂ ਇੱਕ ਸੋਸ਼ਲ ਨੈਟਵਰਕਿੰਗ ਹੈ। ਦੇਖੋ ਉੱਥੇ ਇੱਕ ਸਮਾਜਿਕ ਨੈਟਵਰਕ ਹੈ ਜਿੱਥੇ ਤੁਹਾਡੇ ਫਰੈਂਡ ਸਰਕਲ ਕੀ ਨੇ ਆਪਸ ਵਿੱਚ ਤੁਹਾਡੇ ਜੁੜੇ ਹੋਏ ਨੇ। ਜਦੋਂ ਆਪਾਂ ਕੋਈ ਡਾਟਾ ਅਪਲੋਡ ਕਰ ਰਹੇ ਹਾਂ ਤਾਂ ਆਪਾਂ ਕਿਸੇ ਵੈਬ ਸਰਵਰ 'ਤੇ ਕੀ ਡਾਟਾ ਨੂੰ ਕੀ ਕਰ ਰਹੇ ਹਾਂ, ਅਪਲੋਡ ਕਰ ਰਹੇ ਹਾਂ। ਜਾਂ ਕੋਈ ਆਪਾਂ ਗਾਣੇ ਡਾਊਨਲੋਡ ਕਰ ਰਹੇ ਹਾਂ ਜਾਂ ਕੋਈ ਮੂਵੀਜ਼ ਡਾਊਨਲੋਡ ਕਰ ਰਹੇ ਹਾਂ, ਠੀਕ ਹੈ, ਉਹ ਆਪਾਂ ਕਿਸੇ ਵੈਬ ਸਰਵਰ ਦੇ ਜਰੀਏ ਕੀ ਕਰ ਰਹੇ ਹਾਂ, ਵੈਬ ਡਾਊਨਲੋਡਿੰਗ ਕਰ ਰਹੇ ਹਾਂ ਕੁਝ ਵੀ ਫਾਈਲਸ। ਤਾਂ ਸਾਰਾ ਚੀਜ਼ ਕਿ ਇੱਕ ਨੈਟਵਰਕਿੰਗ ਦੇ ਹੀ ਬਦੌਲਤ ਹੋ ਰਿਹਾ ਕੁਝ ਵੀ, ਠੀਕ ਹੈ। ਇਕੱਲਾ ਆਪਾਂ ਕੁਝ ਵੀ ਡਾਊਨਲੋਡ ਨਹੀਂ ਕਰਦੇ ਕਿਉਂਕਿ ਆਪਣੇ ਕੋਲ ਖੁਦ ਕੋਲ ਹੈਗੀ ਚੀਜ਼। ਤਾਂ ਆਪਾਂ ਨੈਟਵਰਕਿੰਗ ਦੀ ਸਹਾਇਤਾ ਨਾਲ ਕੀ ਇੱਕ ਦੂਜੇ ਤੋਂ ਕੀ ਇਹ ਇਨਫੋਰਮੇਸ਼ਨ ਲੈ ਵੀ ਰਹੇ ਹਾਂ, ਦੇ ਵੀ ਰਹੇ ਹਾਂ, ਅਤੇ ਆਪਾਂ ਇੱਕ ਦੂਜੇ ਦੀ ਕੋਈ ਚੀਜ਼ ਕੀ ਹੈ ਐਕਸੈਸ ਵੀ ਕਰ ਰਹੇ ਹਾਂ, ਮਤਲਬ ਆਪਾਂ ਸ਼ੇਅਰ ਵੀ ਕਰ ਰਹੇ ਹਾਂ। ਜਿਵੇਂ ਪ੍ਰਿੰਟਰ ਸ਼ੇਅਰ ਕਰ ਰਹੇ ਹਾਂ ਆਪਾਂ, ਤਾਂ ਫਾਇਦਾ ਕੀ ਹੋਇਆ ਇਹਦਾ ਜੀ? ਪਹਿਲਾਂ ਤੁਹਾਨੂੰ ਪਤਾ ਹੈ ਇੱਕ ਤਾਂ ਤੁਹਾਡੀ ਕੋਸਟ ਘੱਟ ਜਾਂਦੀ ਹੈ। ਕੋਸਟ ਕਿਵੇਂ ਘੱਟਦੀ ਹੈ? ਪੈਸਾ ਕਿਵੇਂ ਘੱਟਦਾ ਗਾ ਨੈਟਵਰਕਿੰਗ ਦੇ ਵਿੱਚ? ਮੰਨ ਲਓ ਤੁਹਾਡੇ ਕੋਲ 5 ਕੰਪਿਊਟਰ ਨੇਗੇ, ਇੱਕ ਘਰੇ ਲਾ ਲਓ, ਚਾਹੇ ਇੱਕ ਬਿਲਡਿੰਗ ਦੇ ਵਿੱਚ ਲਗਾ ਲਓ, ਇੱਕ ਦਫ਼ਤਰ ਦੇ ਵਿੱਚ ਲਗਾ ਲਓ, ਇੱਕ ਸਕੂਲ ਦੇ ਵਿੱਚ ਲਗਾ ਲਓ, ਕਿਸੇ ਵੀ ਜਗ੍ਹਾ 'ਤੇ ਲਾ ਲਓ, ਉਹ ਆਪਸ ਵਿੱਚ ਕੀ ਨਹੀਂ ਜੁੜੇ ਹੋਏ ਨੇ ਜੀ। ਤਾਂ 5 ਦੇ ਸਿਸਟਮਾਂ ਦੇ ਨਾਲ ਜੇ ਆਪਾਂ ਇੱਕ ਪ੍ਰਿੰਟਰ ਲਗਾ ਦਈਏ, ਮੰਨ ਲਓ ਜੇ ਆਪਣੇ ਕੋਲ ਨੈਟਵਰਕਿੰਗ ਨਹੀਂ ਹੈਗੀ ਤਾਂ ਹਰ ਇੱਕ ਦੇ ਕੋਲ ਕੀ ਆਪਣਾ ਪ੍ਰਿੰਟਰ ਹੋਊਗਾ, ਆਪਣੀ LCD, ਆਪਣੀ ਹਾਰਡ ਡਿਸਕ, ਆਪਣੀ ਰੈਮ, ਸਾਰਾ ਕੁਝ ਕੀ ਆਪਣਾ ਆਪਣਾ ਹੋ ਲੋਕਲ ਹੋਊਗਾ। ਬਟ ਜਦੋਂ ਆਪਾਂ ਨੈਟਵਰਕਿੰਗ ਦੇ ਵਿੱਚ ਆ ਗਏ ਤਾਂ ਆਪਾਂ ਇੱਕ ਸਿੰਗਲ ਹਾਰਡ ਡਿਸਕ, ਸਿੰਗਲ ਪ੍ਰਿੰਟਰ, ਸਿੰਗਲ ਆਪਾਂ ਜਿਹੜੀ ਵੀ ਪੈਰੀਫਿਰਲ ਡਿਵਾਈਸ ਹੈ ਉਹਨੂੰ ਸ਼ੇਅਰ ਕਰ ਸਕਦੇ ਹਾਂ। ਇਹ ਤੁਹਾਨੂੰ ਪਤਾ ਵੀ ਹੈ, ਜਿਵੇਂ ਆਪਾਂ ਸਕੂਲ ਦੇ ਵਿੱਚ ਤੁਹਾਨੂੰ ਲੈਬ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਦਾ ਆਮ, ਠੀਕ ਹੈ, ਜਾਂ ਕਿਤੇ ਆਪਾਂ ਆਰਗੇਨਾਈਜੇਸ਼ਨ 'ਚ ਜਾਂਦੇ ਹਾਂ ਉੱਥੇ ਤੁਹਾਨੂੰ ਦੇਖਣ ਨੂੰ ਇਹ ਚੀਜ਼ਾਂ ਆਮ ਮਿਲਦੀ ਹੈ। ਇਸ ਨੈਟਵਰਕਿੰਗ ਕੀ ਹੈ ਸਾਰੇ ਵਿਸ਼ੇ ਵਿੱਚ ਤੁਹਾਨੂੰ ਪਤਾ ਹੈ ਪ੍ਰਾਈਵੇਟ ਵੀ ਹੋ ਸਕਦੀ ਹੈ, ਕੋਈ ਬਿਜ਼ਨਸ ਦੇ ਪਰਪਜ਼ ਲਈ ਵੀ ਆਪਾਂ ਯੂਜ਼ ਕਰ ਸਕਦੇ ਹਾਂ, ਕਿਉਂਕਿ ਕੰਪਨੀਆਂ ਨੇ ਬਿਜ਼ਨਸ ਦੇ ਲਈ ਯੂਜ਼ ਕਰਦੇ ਨੇ। ਅੱਜ ਕੱਲ੍ਹ ਵਿਸ਼ਵ ਵਿੱਚ ਨੈਟਵਰਕਸ ਤੋਂ ਬਿਨਾਂ ਰਹਿਣਾ ਬਹੁਤ ਮੁਸ਼ਕਿਲ ਹੈ, ਠੀਕ ਹੈ ਜੀ। ਇਕੱਲਾ ਰਹਿਣਾ ਤੁਹਾਨੂੰ ਪਤਾ ਹੈ ਰੀਅਲ ਲਾਈਫ ਦੇ ਵਿੱਚ ਇਕੱਲਾਪਣ ਕੀ ਬਹੁਤ ਔਖਾ ਹੈਗਾ। ਜਿਹਦੇ ਆਪਣਾ ਫਰੈਂਡ ਸਰਕਲ ਹੁਣ ਆਪਾਂ ਹੱਸ ਲੈਂਦੇ ਹਾਂ, ਖੇਡ ਲੈਂਦੇ ਹਾਂ, ਕਿਤੇ ਜਾਣਾ ਹੋਵੇ ਆਪਾਂ ਨਾਲ ਲੈ ਕੇ ਜਾਂਦੇ, ਇੱਕ ਕਿ ਨਾਲ ਲੈ ਕੇ ਜਾਣਾ। ਮੈਂ ਈਵਨ ਤੁਹਾਨੂੰ ਇਹ ਚੀਜ਼ ਪਤਾ ਹੀ ਹੈ ਇਸ ਚੀਜ਼ ਬਾਰੇ ਕਿ ਗਰੁੱਪ ਦੇ ਵਿੱਚ ਆਪਾਂ ਹੀ ਕੋਈ ਕੰਮ ਕਰਦੇ ਹਾਂ, ਤਾਂ ਆਪਾਂ ਜੇ ਕੋਈ ਮੈਸੇਜ ਲਗਾਉਣਾ ਤੁਹਾਨੂੰ, ਤਾਂ ਇੱਕ ਗਰੁੱਪ ਦੇ ਵਿੱਚ ਜਿਹੜਾ ਤੁਹਾਡਾ ਲੀਡਰ ਹੈ ਜਾਂ ਕੋਈ ਵੀ ਪਰਸਨ ਹੈ ਉਹਨੂੰ ਮੈਸੇਜ ਲਗਾਉਣਾ ਕਿ ਆਪਣੇ ਗਰੁੱਪ ਨੂੰ ਜਾਂ ਆਪਣੀ ਕਲਾਸ ਨੂੰ ਕੀ ਇਹਨੂੰ ਡਿਲੀਵਰ ਕਰਦੀ ਮੈਸੇਜ, ਕਿ ਉਹਨਾਂ ਨੂੰ ਸੰਦੇਸ਼ ਇਹ ਪਹੁੰਚਾ ਦੀ। ਤਾਂ ਨੈਟਵਰਕਿੰਗ ਦਾ ਫਾਇਦਾ ਇਹੀ ਹੈ। ਇਹ ਸਾਡੀ ਰੋਜ਼ ਦੀਆਂ ਕਿਰਿਆਵਾਂ ਜਿਹੜੀਆਂ ਆਪਾਂ ਰੋਜ਼ ਕਿਰਿਆਵਾਂ ਕਰਦੇ ਹਾਂ, ਸ਼ੇਅਰਿੰਗ ਕਰਦੇ ਹਾਂ ਸਾਧਨ, ਠੀਕ ਹੈ, ਜਿਵੇਂ ਪ੍ਰਿੰਟਰ ਕਿਹਾ ਸਾਨੂੰ, ਫੋਲਡਰ ਸ਼ੇਅਰ ਕਰਦੇ ਹਾਂ ਆਪਾਂ, ਕੋਈ ਫਾਈਲ ਸ਼ੇਅਰ ਕਰਦੇ ਹਾਂ, ਇੰਟਰਨੈਟ ਨਾਲ ਜੋੜਨ ਵਾਲਾ ਇੱਕ ਨਿਖੜਵਾ ਕੀ ਅੰਗ ਬਣ ਗਿਆ ਜੀ, ਠੀਕ ਹੈ। ਇੰਟਰਨੈਟ ਨਾਲ ਜੁੜ ਰਹੇ ਆਪਾਂ ਤਾਂ ਇੱਕ ਨੈਟਵਰਕਿੰਗ ਦੇ ਜ਼ਰੀਏ
ਜਰੀਏ ਹੀ ਕੀ ਆਪਾਂ ਜੁੜੇ। ਹੁਣ ਮੰਨ ਲਓ ਤੁਸੀਂ ਘਰੇ ਬੈਠੇ ਹੋ, ਕਰੋਨਾ ਮਹਾਮਾਰੀ ਦੇ ਦੌਰਾਨ ਤੁਸੀਂ ਹੁਣ ਗੱਲਬਾਤ ਕਰਨੀ ਚਾਹੁੰਦੇ ਹੋਗੇ, ਜੇ ਆਪਾਂ ਜ਼ੂਮ ਮੀਟਿੰਗ ਕਰਦੇ ਆ ਤਾਂ ਜੇ ਨੈਟਵਰਕਿੰਗ ਹੀ ਨਾ ਹੋਵੇ ਤਾਂ ਤੁਸੀਂ ਆਪਸ ਵਿੱਚ ਕੀ ਗੱਲਬਾਤ ਨਹੀਂ ਕਰ ਸਕਦੇ। ਜਾਂ WhatsApp ਤੇ ਆਪਾਂ ਕਾਲਿੰਗ ਕਰਦੇ ਠੀਕ ਹੈ, ਤਾਂ ਇਹ ਚੀਜ਼ਾਂ ਕੀ ਨੇ ਆਪਾਂ ਨੂੰ ਨੈਟਵਰਕਿੰਗ ਦੀ ਸਹਾਇਤਾ ਨਾਲ ਹੀ ਆਪਾਂ ਮਿਲੀਆਂ ਹੋਈਆਂ ਨੇ। ਨੈਟਵਰਕ ਜੋ ਕਿ ਅਕਸਰ ਨੈਟਵਰਕ ਨਾਲ ਹੀ ਜਾਣਿਆ ਜਾਂਦਾ ਹੈ, ਇਸ ਵਿੱਚ ਕੰਪਿਊਟਰ ਹਾਰਡਵੇਅਰ ਅਤੇ ਹੋਰ ਹਿੱਸੇ ਕਮਿਊਨੀਕੇਸ਼ਨ ਚੈਨਲ ਰਾਹੀਂ ਜੁੜੇ ਹੁੰਦੇ ਹਨ, ਜੋ ਸੂਚਨਾ ਅਤੇ ਸਾਧਨਾਂ ਨੂੰ ਸ਼ੇਅਰ ਕਰਨ ਦੀ ਆਗਿਆ ਦਿੰਦੇ ਹਨ। ਠੀਕ ਹੈ ਜੀ, ਜਿਹੜੇ ਸੂਚਨਾ ਤੇ ਸਾਧਨਾਂ ਨੂੰ ਕੀ ਕਰਦੇ ਨੇ, ਸ਼ੇਅਰ ਕਰਨ ਦੀ ਆਗਿਆ ਦਿੰਦੇ ਹਨ। ਕਮਿਊਨੀਕੇਸ਼ਨ ਚੈਨਲ ਕਿਸ ਤਰ੍ਹਾਂ ਦਾ ਹੋ ਸਕਦਾ ਹੈ? ਇੱਕ ਵਾਇਰ ਹੋ ਸਕਦਾ ਹੈ, ਮਤਲਬ ਇੱਕ ਤਾਰਾਂ ਨਾਲ ਵੀ ਆਪਾਂ ਕਰ ਸਕਦੇ ਹਾਂ। ਇੱਕ ਤਾਰ ਰਹਿਤ ਹੁੰਦਾ ਗਾ, ਜਿਵੇਂ ਵਾਈਫਾਈ ਹੌਟਸਪੌਟ ਹੈ, ਆਪਾਂ ਨੈਟਵਰਕ ਐਕਸੈਸ ਕਰਨਾ, ਨੈਟ ਐਕਸੈਸ ਕਰਨਾ ਹੈ, ਆਪਾਂ ਕਹਿੰਦੇ ਹੌਟਸਪੌਟ ਔਨ ਕਰੀ ਤਰ੍ਹਾਂ, ਤਾਂ ਉਸ ਦੇ ਜ਼ਰੀਏ ਆਪਾਂ ਜੁੜ ਜਾਂਦੇ ਹਾਂ, ਆਨਲਾਈਨ ਹੋ ਜਾਂਦੇ ਹਾਂ ਇੰਟਰਨੈਟ ਨਾਲ। ਠੀਕ ਹੈ ਜੀ, ਆਨਲਾਈਨ ਤਾਂ ਹੀ ਕਹਿੰਦੇ ਆ ਜਦੋਂ ਆਪਾਂ ਇੰਟਰਨੈਟ ਨਾਲ ਜੁੜ ਜਾਈਏ। ਨੈਟਵਰਕਿੰਗ ਨੂੰ ਆਮ ਤੌਰ ਤੇ ਸੂਚਨਾ ਅਤੇ ਸਾਧਨਾਂ ਨੂੰ ਕਮਿਊਨੀਕੇਸ਼ਨ ਦੇ ਲਈ ਵਰਤਿਆ ਜਾਂਦਾ ਹੈ। ਇਹ ਆਪਣੇ ਖਰਚ ਨੂੰ ਵੀ ਬਹੁਤ ਘੱਟ ਕਰਦਾ ਹੈ। ਜਿਵੇਂ ਤੁਹਾਨੂੰ ਦੱਸ ਦਿੱਤਾ ਜੀ, ਤੁਸੀਂ ਇੱਕ ਪ੍ਰਿੰਟਰ ਖਰੀਦਦੇ ਹੋ, ਉਸ ਨੂੰ ਬਹੁਤ ਸਾਰੇ ਕੰਪਿਊਟਰ ਕੇ ਜੋੜ ਕੇ ਸ਼ੇਅਰ ਕਰ ਸਕਦੇ। ਨੈਟਵਰਕ ਵਿੱਚ ਸਾਧਨਾਂ ਨੂੰ ਵਰਤਣ ਲਈ ਇੱਕ ਤੋਂ ਜ਼ਿਆਦਾ ਕੰਪਿਊਟਰ ਅਤੇ ਇਸ ਦੇ ਹੋਰ ਹਿੱਸੇ ਕੀ ਨਹੀਂ ਆਪਸ ਵਿੱਚ ਜੁੜੇ ਹੁੰਦੇ ਨੇ। ਜਿਵੇਂ ਤੁਹਾਨੂੰ ਰੈਮ ਦੱਸੀ ਸੀ, CD ROM, ਹਾਰਡ ਡਿਸਕ ਡਰਾਈਵ, ਵੱਖ-ਵੱਖ ਸੁਵਿਧਾਵਾਂ ਕੀ ਇਸ ਦੇ ਵਿੱਚ ਤੁਹਾਨੂੰ ਮਿਲਦੀਆਂ। ਨੈਟਵਰਕ ਨੂੰ ਹੀ ਇੱਕ ਸਾਈਜ਼ ਦੇ ਠੀਕ ਹੈ ਅਕੋਰਡਿੰਗ, ਆਕਾਰ ਦੇ ਅਕੋਰਡਿੰਗ ਕੀ ਇਹਨਾਂ ਨੂੰ ਵੱਖ-ਵੱਖ ਹਿੱਸਿਆਂ ਜਾਂ ਮਤਲਬ ਕਿਸਮਾਂ ਦੇ ਵਿੱਚ ਵੰਡਿਆ ਗਿਆ ਹੈ। ਜਿਵੇਂ ਲੈਨ, ਮੈਨ, ਬੈਨ, ਪੈਨ। ਠੀਕ ਹੈ, ਜਿਹੜੀ ਨੋਰਮਲੀ ਯੂਜ਼ ਹੁੰਦੇ ਨੇ ਦੋ ਹੁੰਦੇ ਨੇ, ਲੈਨ ਅਤੇ ਬੈਨ। ਪੈਨ ਤੁਸੀਂ ਆਮ ਸੁਣਦੇ ਹੋ, ਪਰਸਨਲ ਏਰੀਆ ਨੈਟਵਰਕ। ਜਦੋਂ ਤੁਸੀਂ ਡਾਟਾ ਸ਼ੇਅਰ ਕਰਦੇ ਹੋ ਕੋਈ ਬਲੂਟੂਥ ਰਾਹੀਂ, ਠੀਕ ਹੈ ਜੀ, ਕਿਉਂਕਿ ਉਹ ਪਰਸਨਲੀ ਆਪਾਂ ਡਾਟਾ ਸ਼ੇਅਰ ਕਰ ਰਹੇ ਹਾਂ ਆਪਸ ਵਿੱਚ, ਦੋ ਨਿੱਜੀ, ਠੀਕ ਹੈ, ਪਰਸਨਲ ਦਾ ਨਿੱਜੀ ਆਪਾਂ ਡਾਟਾ ਕੀ ਕਰ ਰਹੇ ਹਾਂ, ਸ਼ੇਅਰ ਕਰ ਰਹੇ ਹਾਂ। ਉਹ ਬਲੂਟੂਥ ਰਾਹੀਂ ਵੀ ਹੋ ਸਕਦਾ ਹੈ, ਠੀਕ ਹੈ, ਜਾਂ ਆਪਾਂ ਵਾਈਫਾਈ ਹੌਟਸਪੌਟ ਕਰਕੇ ਵੀ ਆਪਾਂ ਇੱਕ ਦੂਜੇ ਨਾਲ ਡਾਟਾ ਕੀ ਹੈ ਸ਼ੇਅਰ ਕਰ ਸਕਦੇ। ਤਾਂ ਉਸ ਨੈਟਵਰਕ ਨੂੰ ਕੀ ਬੋਲਦੇ ਆਪਾਂ ਜੀ, ਪਰਸਨਲ ਏਰੀਆ ਨੈਟਵਰਕ, ਜਿਹੜਾ ਇੱਕ ਸੀਮਿਤ 5-6 ਮੀਟਰ ਦੇ ਦਾਇਰੇ ਦੇ ਵਿੱਚ ਹੀ ਉਹ ਨੈਟਵਰਕ ਕਨੈਕਟ। ਲੈਣ ਕੀ ਇੱਕ ਸੀਮਿਤ ਏਰੀਆ ਹੁੰਦਾ ਜੀ, ਲੋਕਲ ਏਰੀਆ ਨੈਟਵਰਕ ਕਿਹਾ ਜਾਂਦਾ ਇਹਨੂੰ। ਇਹ ਇੱਕ ਕਾਲਜ ਵਿੱਚ ਹੋ ਸਕਦਾ ਹੈ, ਇੱਕ ਬਿਲਡਿੰਗ, ਇੱਕ ਘਰ ਦੇ ਵਿੱਚ ਵੀ ਹੋ ਸਕਦਾ। ਜਦੋਂ ਦੋ ਕੰਪਿਊਟਰ ਆਪਸ ਵਿੱਚ ਜੁੜ ਗਏ, ਉਹ ਕੀ ਇੱਕ ਲੈਨ ਹੈ, ਸਮਝ ਲਓ। ਠੀਕ ਹੈ, ਕਿਹੜਾ ਨੈਟਵਰਕ ਹੈ ਉਹ, ਇੱਕ ਲੈਨ ਨੈਟਵਰਕ ਕਿਹਾ ਜਾਂਦਾ ਹੈ। ਜਿਹੜਾ ਬੈਨ ਹੈ, ਇਹ ਭੂਗੋਲਿਕ ਖੇਤਰ ਦੇ ਬਹੁਤ ਵੱਡੇ ਖੇਤਰ ਨੂੰ ਕਵਰ ਕਰਦਾ ਹੈਗਾ, ਜਿਹਦਾ ਪੂਰਾ ਨਾਮ ਹੈ ਵਾਈਡ ਏਰੀਆ ਨੈਟਵਰਕ। ਠੀਕ ਹੈ, ਇਸ ਦੀ ਜ਼ਿੰਮੇਦਾਰ ਆਪਾਂ ਬੋਲ ਦਿੰਦੇ ਇੱਕ ਇੰਟਰਨੈਟ ਬੋਲ ਦਿੰਦੇ ਨੇ। ਹੋਰ ਸ਼ਬਦਾਂ ਵਿੱਚ ਕੀ ਕਿਹਾ ਜਾਂਦਾ, ਕਹਿੰਦੇ ਅਲੱਗ-ਅਲੱਗ ਜਗ੍ਹਾ ਤੇ ਲੈਨ ਕੇਬਲ ਦੇ ਰਾਹੀਂ ਆਪਸ ਵਿੱਚ ਜੁੜੇ ਹੋਣਾ। ਜਿਵੇਂ ਆਪਾਂ ਇੰਟਰਨੈਟ ਬੋਲਦੇ ਹਾਂ, ਨੈਟਵਰਕ ਆਫ ਨੈਟਵਰਕ। ਠੀਕ ਹੈ, ਜਿਵੇਂ ਇੱਕ ਬ੍ਰਾਂਚ ਤੁਹਾਡੀ ਇੱਕ ਸਿਟੀ 'ਚ ਹੈ, ਇੱਕ ਬ੍ਰਾਂਚ ਕਿਸੇ ਹੋਰ ਸਟੇਟ ਦੇ ਵਿੱਚ ਹੈ, ਤਾਂ ਆਪਸ ਵਿੱਚ ਜੁੜੇ ਹੋਣਾ ਜੀ। ਠੀਕ ਹੈ, ਲੈਨ ਕੇਬਲ ਦੇ ਰਾਹੀਂ ਉਹਨੂੰ ਕੀ ਬੋਲਦੇ ਆਪਾਂ ਜੀ, ਜਾਂ ਸੈਟੇਲਾਈਟ ਰਾਹੀਂ ਜੁੜੇ ਹੋਏ ਆ ਤਾਂ ਉਹਨੂੰ ਕੀ ਕਹਿੰਦੇ ਆਪਾਂ ਜੀ, ਬੈਨ ਨੈਟਵਰਕ, ਵਾਈਡ ਏਰੀਆ ਨੈਟਵਰਕ। ਨੈਟਵਰਕ ਨੂੰ ਬਣਾਉਣ ਦੇ ਹੁਣ ਤਰੀਕੇ ਕੀ ਨੇ ਜੀ ਆਪਣੇ ਕੋਲ? ਨੈਟਵਰਕ ਨੂੰ ਬਹੁਤ ਸਾਰੇ ਤਰੀਕਿਆਂ ਨਾਲ ਕੀ ਬਣਾਇਆ ਜਾਂਦਾ ਜੀ। ਇਸ ਦੇ ਵਿੱਚ ਤੁਹਾਨੂੰ ਇੱਕ ਨੈਟਵਰਕ ਟੋਪੋਲੋਜੀ ਹੁੰਦੀ ਹੈ ਕਿ ਉਸ ਨੈਟਵਰਕ ਬਣਾਇਆ ਗਿਆ ਉਹਦੀ ਸ਼ੇਪ ਕਿਸ ਤਰ੍ਹਾਂ ਦੀ ਹੈਗੀ, ਉਸ ਨੂੰ ਬੋਲਦੇ ਨੇ ਇੱਕ ਨੈਟਵਰਕ ਟੋਪੋਲੋਜੀ। ਕਿ ਨੈਟਵਰਕ ਟੋਪੋਲੋਜੀ ਦਾ ਮਤਲਬ ਕੀ ਹੈ, ਕੰਪਿਊਟਰਾਂ ਨੂੰ ਕਿਸ ਤਰ੍ਹਾਂ ਪ੍ਰਬੰਧ ਕੀਤਾ ਹੈ, ਜਿਹੜਾ ਨੈਟਵਰਕ ਦੇ ਵਿੱਚ ਕੰਪਿਊਟਰਾਂ ਨੂੰ ਕਿਸ ਤਰ੍ਹਾਂ ਜੋੜਿਆ ਹੈ, ਕਿਸ ਫਾਰਮ ਦੇ ਵਿੱਚ ਜੋੜਿਆ ਹੈ, ਮਤਲਬ ਸਟਾਰ ਦੇ ਵਿੱਚ ਜੋੜਿਆ ਹੋਇਆ ਹੈ, ਇੱਕ ਬੱਸ ਟਾਈਪ ਦੇ ਵਿੱਚ ਜੋੜਿਆ ਹੋਇਆ ਹੈ, ਇੱਕ ਮੈਸ਼ ਦੇ ਵਿੱਚ ਜੋੜਿਆ ਹੈ। ਉਹ ਆਪਾਂ ਅਗਲੇ ਸੈਸ਼ਨ ਦੇ ਵਿੱਚ ਉਹਨੂੰ ਪੜਾਂਗੇ। ਤਾਂ ਕਹਿੰਦੇ ਕੇਬਲ ਦੀ ਵਰਤੋਂ ਕਰਕੇ ਵੀ ਆਪਾਂ ਨੈਟਵਰਕ ਨੂੰ ਬਣਾ ਸਕਦੇ ਹਾਂ। ਸੀਰੀਅਲ ਪੋਰਟ, ਪੈਰਲਲ ਪੋਰਟ ਵਰਤ ਕੇ ਆਪਾਂ ਨੈਟਵਰਕ ਨੂੰ ਬਣਾ ਸਕਦੇ ਹਾਂ। ਜਿਵੇਂ ਤੁਹਾਨੂੰ ਪਹਿਲਾਂ ਸਹੀ ਬਲੂਟੂਥ ਦੀ ਵਰਤੋਂ ਕਰਕੇ ਆਪਾਂ ਨੈਟਵਰਕ ਬਣਾ ਸਕਦੇ ਹਾਂ। ਅੱਜ ਕੱਲ੍ਹ ਬਹੁਤ ਚੀਜ਼ਾਂ ਤੁਹਾਨੂੰ ਪਤਾ ਹੈ, LED ਵੀ, ਸਮਾਰਟ LED, ਉਸ ਦੇ ਵਿੱਚ ਵੀ ਨੈਟਵਰਕਿੰਗ ਸਿਸਟਮ ਬਹੁਤ ਆ ਰਿਹਾ। ਆਪਾਂ ਨਾਲ ਦੇ ਨਾਲ ਆਪਾਂ ਕਾਸਟਿੰਗ ਕਰਦੇ ਹਾਂ ਉਹਦੀ, ਠੀਕ ਹੈ, ਸਕਰੀਨ ਕਾਸਟ ਕਰਕੇ ਆਪਾਂ ਨਾਲ ਜੁੜ ਜਾਂਦੇ ਹਾਂ, ਜਾਂ ਹੌਟਸਪੌਟ ਔਨ ਕਰਦੇ ਹਾਂ ਆਪਾਂ ਨਾਲ ਜੁੜ ਜਾਂਦੇ ਹਾਂ, ਬਲੂਟੂਥ ਔਨ ਕਰਦੇ ਹਾਂ ਆਪਾਂ ਨਾਲ ਦੇ ਨਾਲ ਬੈਠੇ ਬੈਠੇ ਕੀ ਆ ਉੱਥੋਂ ਐਕਸੈਸ ਕਰੀ ਜਾਂਦੇ ਹਾਂ। ਵਾਈਫਾਈ ਦੀ ਵਰਤੋਂ ਕਰਕੇ, ਜਿਵੇਂ ਤੁਹਾਨੂੰ ਦੱਸਿਆ ਇੱਕ ਤੋਂ ਜ਼ਿਆਦਾ ਕੰਪਿਊਟਰਾਂ ਦੇ ਲਈ ਆਪਾਂ ਵਾਈਫਾਈ, ਜਿਵੇਂ ਡੋਂਗਲਸ ਅੱਜ ਕੱਲ੍ਹ ਅਵੇਲੇਬਲ ਨੇ ਮਾਰਕੀਟ ਦੇ ਵਿੱਚ, ਬਹੁਤ ਸਾਰੇ ਡਿਵਾਈਸਿਸ, ਠੀਕ ਹੈ, ਉਪਕਰਨ ਕੀ ਨੇ ਜੀ ਇੱਥੇ ਅਵੇਲੇਬਲ ਨੇ। ਹੱਬ ਹੁੰਦੀ ਹੈ ਜੀ, ਜਾਂ ਨੈਟਵਰਕ ਸਵਿੱਚ ਦੀ ਵਰਤੋਂ ਕਰਕੇ ਵੀ ਆਪਾਂ ਨੈਟਵਰਕ ਨੂੰ ਜੋੜ ਸਕਦੇ ਹਾਂ। ਸਾਹੋ ਨੈਟਵਰਕ ਅਤੇ ਵਾਈਫਾਈ ਰਾਊਟਰ
ਜਿਹੜੇ ਘਰਾਂ ਦੇ ਵਿੱਚ ਆਮ ਯੂਜ਼ ਹੁੰਦੇ ਨੇ ਜਾਂ ਛੋਟੇ ਬਿਜ਼ਨਸ ਦੇ ਵਿੱਚ ਯੂਜ਼ ਹੁੰਦੇ ਨੇ, ਠੀਕ ਹੈ, ਉੱਥੇ ਵੀ ਆਪਾਂ ਇਸ ਚੀਜ਼ ਨੂੰ ਯੂਜ਼ ਕਰਦੇ। ਟੈਕਨੀਕਲੀ ਕਹਿੰਦੇ ਇਹ ਸੰਭਵ ਹੈ, ਉੱਪਰ ਦਿੱਤੇ ਜਿਹੜੇ ਤਰੀਕੇ ਨੇ, ਵੇ ਨੇ, ਉਹਨਾਂ ਦੀ ਮਦਦ ਨਾਲ ਅਸੀਂ ਕੰਪਿਊਟਰ ਨੂੰ ਆਪਸ ਵਿੱਚ ਜੋੜ ਸਕਦੇ ਹਾਂ। ਪਹਿਲੀ ਗੱਲ ਤਾਂ ਕਹਿੰਦੇ ਸੰਭਵ ਹੈਗਾ, ਹਾਂਜੀ ਸੰਭਵ ਹੈ। ਤੁਹਾਨੂੰ ਪਤਾ ਹੀ, ਆਪਾਂ ਤਾਰ ਨਾਲ ਵੀ ਜੋੜ ਸਕਦੇ ਹਾਂ, ਵਾਈਫਾਈ ਨੈਟਵਰਕ ਨਾਲ ਵੀ ਜੋੜ ਸਕਦੇ ਹਾਂ, ਸਵਿਚਿੰਗ ਨਾਲ ਵੀ ਜੋੜ ਸਕਦੇ ਹਾਂ, ਠੀਕ ਹੈ। ਬਟ ਸਪੀਡ ਕੀ ਹੈ, ਡਿਫਰੈਂਟ ਹੈਗੇ। ਜਿੰਨੀ ਦੂਰੀ ਹੋਊਗੀ ਉਨੀ ਤੁਹਾਡੀ ਸਪੀਡ ਵੀ ਘਟਦੀ ਜਾਊਗੀ, ਠੀਕ ਹੈ। ਜਿੰਨਾ ਹੁਣ ਤੁਹਾਨੂੰ ਪਤਾ ਹੀ ਹੈ, ਆਪਾਂ ਹੌਟਸਪੌਟ ਔਨ ਕਰਦੇ ਹਾਂ, ਜਿੰਨਾ ਆਪਾਂ ਜਿਸ ਤੋਂ ਆਪਾਂ ਡਾਟਾ ਇੰਟਰਨੈਟ ਐਕਸੈਸ ਕਰ ਰਹੇ ਹਾਂ, ਜਿੰਨਾ ਉਸਦੇ ਨੇੜੇ ਆ, ਤੁਹਾਨੂੰ ਸਪੀਡ ਕੀ ਹੈ ਇਹ ਜ਼ਿਆਦਾ ਹੋਊ। ਜਿਵੇਂ ਜਿਵੇਂ ਆਪਾਂ ਦੂਰ ਜਾਈ ਜਾਵਾਂਗੇ, ਤੁਹਾਡਾ ਇੰਟਰਨੈਟ ਜਿਹੜਾ ਐਕਸੈਸ ਪੁਆਇੰਟ ਹੈ, ਠੀਕ ਹੈ, ਉਸ ਤੋਂ ਦੂਰ ਹੋਈ ਜਾਊਗਾ, ਜਿਸ ਨਾਲ ਤੁਹਾਡੀ ਜਿਹੜੀ ਨੈਟਵਰਕ, ਜਿਹੜੀ ਇੰਟਰਨੈਟ ਐਕਸੈਸ ਦੀ ਸਪੀਡ ਹੈ, ਬਹੁਤ ਹੀ ਘਟਦੀ ਜਾਂਦੀ ਹੈ। ਨੈਟਵਰਕਿੰਗ ਦੇ ਵਿੱਚ ਦੋ ਮਾਡਲ ਯੂਜ਼ ਹੁੰਦੇ ਨੇ ਜੀ, ਜਿਹਨੂੰ ਬੋਲਦੇ ਆਪਾਂ ਆਰਕੀਟੈਕਚਰ ਮਾਡਲ। ਕਿਸ ਭਾਗ 'ਚ ਵੰਡਿਆ ਜਾਂਦਾ? ਇੱਕ ਪੀਅਰ ਟੂ ਪੀਅਰ, ਇੱਕ ਹੁੰਦਾ ਜੀ ਕਲਾਇੰਟ ਸਰਵਰ। ਤੁਹਾਨੂੰ ਪੀਅਰ ਦਾ ਮਤਲਬ ਬਕਾਇਆ ਦੇ ਵਿੱਚ ਵੀ ਆਇਆ ਸੀ, ਜਿਹਦਾ ਮਤਲਬ ਹੁੰਦਾ ਜੀ ਬਰਾਬਰ, ਇੱਕ ਦਰਜਾ। ਤਾਂ ਪੀਅਰ ਟੂ ਪੀਅਰ ਦਾ ਮਤਲਬ ਕੀ ਹੈ ਜੀ? ਇਸ ਦਾ ਭਾਵ ਹੈ ਇਹ 10-20 ਕੰਪਿਊਟਰਾਂ ਦੇ ਲਈ ਵਰਤਿਆ ਜਾਂਦਾ ਹੈ। ਇਸ ਵਿੱਚ ਸਾਰੇ ਕੰਪਿਊਟਰ ਇੱਕ ਸਰਵਰ ਅਤੇ ਕਲਾਇੰਟ ਦੋਵਾਂ ਦੀ ਤਰ੍ਹਾਂ ਕੰਮ ਕਰਦੇ ਹਨ, ਠੀਕ ਹੈ। ਚਾਹੇ ਜਿਹੜਾ ਕੰਪਿਊਟਰ ਹੈ ਉਹ ਆਪ ਹੀ ਸਰਵਰ ਹੈ, ਆਪ ਹੀ ਕੀ ਹੈ ਉਹ ਕਲਾਇੰਟ ਹੈ। ਮਤਲਬ ਕਿ ਦੋਨੇ ਹੀ ਕੀ ਕਰਦੇ ਨੇ ਜੀ, ਜਿਹੜੇ ਸੇਮ ਕੰਮ ਕਰਦੇ ਨੇ, ਕਲਾਇੰਟ ਦੀ ਕੰਮ ਵੀ ਕਰਦੇ ਨੇ, ਸਰਵਰ ਦਾ ਕੰਮ ਵੀ ਕਰਦੇ ਨੇ, ਹਰ ਇੱਕ ਕੰਪਿਊਟਰ। ਪੀਅਰ ਟੂ ਪੀਅਰ ਨੈਟਵਰਕ ਨੂੰ ਲਗਾਉਣਾ, ਵਰਤੋਂ ਕਰਨਾ ਬਹੁਤ ਆਸਾਨ ਹੈ, ਤੁਹਾਨੂੰ ਪਤਾ ਹੈ, ਠੀਕ ਹੈ। ਜਦੋਂ ਤੁਹਾਡਾ ਪਰਸਨਲ ਕੰਪਿਊਟਰ ਹੈ, ਉਹਨੂੰ ਚਾਹੇ ਸਰਵਰ ਬਣਾ ਲਓ, ਚਾਹੇ ਕਲਾਇੰਟ ਬਣਾ ਲਓ, ਦੋਨੇ ਹੀ ਤੁਹਾਡੇ ਚੀਜ਼ਾਂ ਨੇ। ਛੋਟੇ ਘਰਾਂ ਦੇ ਵਿੱਚ, ਦਫ਼ਤਰ ਦੇ ਵਿੱਚ ਇਹ ਵਰਤਿਆ ਜਾਂਦਾ ਜੀ। ਪੀਅਰ ਟੂ ਪੀਅਰ ਨੈਟਵਰਕ ਨੂੰ ਵਰਕਬੁੱਕ ਮਾਡਲ ਵੀ ਕਿਹਾ ਜਾਂਦਾ ਹੈ, ਠੀਕ ਹੈ, ਕਿਉਂਕਿ ਇਸ ਵਿੱਚ ਡਾਟਾਬੇਸ ਦੀ ਆਪਣੀ ਸੁਰੱਖਿਆ ਹੁੰਦੀ ਹੈ। ਜਿਵੇਂ ਯੂਜ਼ਰ ਦਾ ਖਾਤਾ ਹਰ ਕੰਪਿਊਟਰ 'ਤੇ ਹੋਵੇਗਾ, ਲੌਗਇਨ ਆਪਾਂ ਅਲੱਗ-ਅਲੱਗ ਕਰ ਦਿਆਂਗੇ, ਠੀਕ ਹੈ। ਆਪਾਂ ਅਲੱਗ-ਅਲੱਗ ਹੀ ਕਰਦੇ ਹਾਂ, ਉਹਦੇ ਪਾਸਵਰਡ ਭਰ ਕੇ ਕੋਈ ਡਾਟਾ ਐਕਸੈਸ ਕਰਨਾ ਹੈ, ਤਾਂ ਤੁਹਾਡੇ ਕੋਲ ਕੀ ਹੈ, ਉਹਦਾ ਐਕਸੈਸ ਦੇਖਣ ਨੂੰ ਮਿਲ ਰਿਹਾ ਹੋਊਗਾ। ਜਿਵੇਂ ਇਸ ਤਰ੍ਹਾਂ ਵਿੱਚ ਕੀ ਇਹਦੇ ਕੋਲ ਹੀ ਆਪਣੀ ਲੋਕਲ ਮੈਮਰੀ ਹੈ, ਆਪਣੀ ਹਾਰਡ ਡਿਸਕ ਹੈ, ਸਾਰਾ ਕੁਝ ਕੀ ਆਪਣਾ, ਕਿਉਂਕਿ ਆਪ ਹੀ ਕਲਾਇੰਟ ਹੈ, ਆਪ ਹੀ ਸਰਵਰ ਹੈ, ਦੋਵਾਂ ਹੀ ਤਰ੍ਹਾਂ ਕੀ ਕਰਦਾ ਜੀ, ਕੰਮ ਕਰਦਾ। ਜਿਹੜਾ ਕਲਾਇੰਟ ਸਰਵਰ ਹੈ, ਤੁਹਾਨੂੰ ਦੱਸਿਆ ਵੱਡੇ ਨੈਟਵਰਕ ਨੂੰ ਕੀ ਕਰਦੇ ਨੇ ਜੀ, ਐਕਸੈਸ ਕਰਦੇ ਨੇ। ਜਿਵੇਂ 10 ਤੋਂ ਲੈ ਕੇ 100 ਕੰਪਿਊਟਰ ਹੁੰਦੇ ਨੇ, ਜਿਸ ਦੇ ਵਿੱਚ ਇੱਕ ਜਿਹੜਾ ਕੰਪਿਊਟਰ ਹੈ ਸਰਵਰ ਨੂੰ ਰਿਕੁਐਸਟ ਭੇਜਦਾ ਹੈਗਾ, ਉਸ ਦਾ ਜਵਾਬ ਦਿੰਦਾ ਹੈਗਾ, ਰਿਸਪੌਂਡ ਕਰਦਾ ਉਹਨੂੰ ਵੱਖ-ਵੱਖ ਕੰਪਿਊਟਰ। ਜਿਵੇਂ ਆਹ ਦੇਖੋ, ਇਹ ਕੀ ਇੱਕ ਸਰਵਰ ਹੈ, ਬਾਕੀ ਸਾਰੇ ਕੀ ਨੇ ਜੀ, ਆਪਣੇ ਕਲਾਇੰਟਸ, ਠੀਕ ਹੈ ਜੀ। ਇਸੇ ਕੋਲ ਹੀ ਤੁਹਾਡਾ ਪ੍ਰਿੰਟਰ ਹੈ, ਵੱਖ-ਵੱਖ ਡਿਵਾਈਸਾਂ ਨੇ ਜਿਹੜੀਆਂ ਸ਼ੇਅਰ ਕਰਦਾ ਨੈਟਵਰਕ ਦੇ ਵਿੱਚ, ਠੀਕ ਹੈ ਜੀ। ਮੰਨ ਲਓ ਇਸ ਕੰਪਿਊਟਰ ਸਿਸਟਮ ਨੇ ਕੋਈ ਰਿਕੁਐਸਟ ਪਾਈ ਹੈ ਪ੍ਰਿੰਟਿੰਗ ਦੀ, ਠੀਕ ਹੈ ਜੀ। ਇਹਨਾਂ ਕੋਲ ਪ੍ਰਿੰਟਰ ਜਿਹੜਾ ਪੈਰੀਫਿਰਲ ਡਿਵਾਈਸ ਹੈ ਅਟੈਚ ਨਹੀਂ, ਉਹ ਇੱਕ ਸਰਵਰ 'ਤੇ ਕੀ ਅਟੈਚ ਹੈ। ਤਾਂ ਇੱਥੇ ਕੀ ਉਹ ਰਿਕੁਐਸਟ ਗਈ, ਰਿਕੁਐਸਟ ਕੀ ਹੈ, ਇਸ ਤੋਂ ਬਾਅਦ ਕੀ ਹੋਣਾ ਜੀ, ਪ੍ਰਿੰਟਰ ਦੀ ਆਪਾਂ ਨੂੰ ਰਿਸਪੌਂਡ ਦਿੱਤਾ, ਆਪਾਂ ਨੂੰ ਪ੍ਰਿੰਟ ਦਾ ਕੀ ਕਮਾਂਡ ਜਾਂ ਪੇਪਰ 'ਤੇ ਕੀ ਹੈ ਉਹ ਪ੍ਰਿੰਟ ਹੋ ਕੇ ਆ ਜਾਵੇ। ਕਲਾਇੰਟ ਤੋਂ ਕਹਿੰਦੇ ਅਸੀਂ ਸਮਝਦੇ ਹਾਂ ਸੁਵਿਧਾ ਚਾਹਵਾਨ, ਅਤੇ ਸਰਵਰ ਦਾ ਭਾਵ ਹੈ ਸੁਵਿਧਾ ਪ੍ਰਦਾਨ ਕਰਨ ਵਾਲਾ। ਕਲਾਇੰਟ ਕੌਣ ਹੁੰਦਾ ਜੀ? ਆਪਾਂ ਵੱਡੇ ਵੱਡੇ ਬਿਜ਼ਨਸ ਦੇ ਵਿੱਚ ਵੀ ਕਲਾਇੰਟ ਕਹਿ ਦਿੰਦੇ ਹਾਂ, ਠੀਕ ਹੈ। ਜਿਵੇਂ ਵਕੀਲ ਨੇ, ਉਹ ਕਲਾਇੰਟ ਬੋਲਦੇ ਨੇ, ਠੀਕ ਹੈ ਜੀ। ਜਾਂ ਕੋਈ ਕੰਪਨੀ ਦੇ ਵਿੱਚ ਨੇ, ਉਹ ਵੀ ਕਲਾਇੰਟ ਬੋਲਦੇ ਨੇ, ਠੀਕ ਹੈ। ਕਸਟਮਰ ਆਪਣੇ ਜਿਹੜੇ ਗ੍ਰਾਹਕ ਹੁੰਦੇ ਨੇ, ਉਹਨੂੰ ਕੀ ਬੋਲਦੇ ਨੇ? ਕਲਾਇੰਟ ਬੋਲਦੇ ਨੇ। ਜਿਹੜਾ ਕੋਈ ਸੁਵਿਧਾ, ਜਿਹੜੀ ਸਹੂਲਤ ਲੈਣੀ ਚਾਹੁੰਦਾ ਹੋਵੇ, ਉਹਨੂੰ ਬੋਲਦੇ ਆ ਸੁਵਿਧਾ ਦਾ ਚਾਹਵਾਨ। ਜਿਹੜਾ ਸੁਵਿਧਾ ਦਿੰਦਾ ਸਰਵਰ ਹੈਗਾ, ਉਹਨੂੰ ਕੀ ਬੋਲਦੇ ਆਪਾਂ ਜੀ? ਜਿਹੜਾ ਨੈਟਵਰਕ ਦਾ ਸਰਵਰ ਹੈ। ਕੋਈ ਮਸ਼ੀਨ ਜੋ ਸੁਵਿਧਾ ਲਈ ਮੰਗ ਕਰਦੀ ਹੈ, ਉਸਨੂੰ ਕਲਾਇੰਟ ਕਹਿੰਦੇ ਹਨ। ਜੋ ਉਸਦੀ ਇੱਛਾ ਨੂੰ ਪੂਰਾ ਕਰਦੀ ਹੈ, ਉਹ ਕੀ ਹੈ? ਸਰਵਰ ਕਹਿੰਦੇ ਨੇ, ਠੀਕ ਹੈ ਜੀ। ਆਪਾਂ ਇੱਕ ਦੁਬਾਰਾ ਫਿਰ ਪੜ੍ਹਦੇ ਹਾਂ। ਇੰਟਰਨੈਟ ਦਾ ਕੀ ਹੈ? ਇੱਕ ਗਲੋਬਲ ਸਿਸਟਮ ਹੈ, ਜਿਸ ਦੇ ਬਹੁਤ ਸਾਰੇ ਜਿਹੜੇ ਕੰਪਿਊਟਰ ਨੈਟਵਰਕ ਨੇ ਆਪਸ ਵਿੱਚ ਜੁੜੇ ਹੁੰਦੇ ਨੇ। ਤੁਹਾਨੂੰ ਪਹਿਲਾਂ ਹੀ ਦੱਸਿਆ ਇਹ ਕਿ ਇੱਕ ਨੈਟਵਰਕ ਆਫ ਨੈਟਵਰਕ ਹੈ। ਦੇਖੋ, ਨੈਟਵਰਕ ਦਾ ਨੈਟਵਰਕ ਕਿਹਾ ਜਾਂਦਾ ਹੈ। ਇੰਟਰਨੈਟ TCP/IP ਪ੍ਰੋਟੋਕੋਲ ਦੀ ਵਰਤੋਂ ਕਰਦਾ ਜੀ, ਜਿਸ ਤੁਸੀਂ ਸੁਣਦੇ ਹੋ ਆਮ HTTPS, ਸਾਰੇ TCP/IP ਪ੍ਰੋਟੋਕੋਲ ਨੇ। ਪ੍ਰੋਟੋਕੋਲ ਕੀ ਹੁੰਦਾ? ਇੱਕ ਰੂਲ ਹੁੰਦੇ ਨੇ, ਸਟੈਂਡਰਡਸ ਹੁੰਦੇ ਨੇ, ਕਿ ਇਸ ਦੀ ਵਰਤੋਂ ਕਰਕੇ ਤੁਸੀਂ ਡਾਟਾ ਕੀ ਕਰ ਸਕਦੇ ਹੋ? ਐਕਸੈਸ ਕਰ ਸਕਦੇ। ਇੰਟਰਨੈਟ ਰਾਹੀਂ ਮਿਲੀਅਨ ਕੰਪਿਊਟਰ ਨੇ, ਬਿਲੀਅਨ ਕੰਪਿਊਟਰ ਨੇ, ਮੰਨ ਲਓ ਅਰਬਾਂ ਯੂਜ਼ਰਸ ਨੇ, ਠੀਕ ਹੈ, ਜਿਹੜੇ ਕੀ ਨੇ ਜੀ ਪੇਜਿੰਗ, ਇਲੈਕਟ੍ਰੋਨਿਕਸ, ਮੈਸੇਜਿੰਗ, ਚੈਟਿੰਗ, ਸੋਸ਼ਲ ਨੈਟਵਰਕਿੰਗ, ਇਹਨਾਂ ਦੀ ਚੀਜ਼ਾਂ ਦੀ ਕੀ ਕਰਦੇ ਨੇ ਜੀ? ਵਰਤੋਂ
ਕਰਦੇ ਨੇ, ਡਾਟਾ ਨੂੰ ਅਪਲੋਡ ਵੀ ਕਰਦੇ ਨੇ, ਡਾਊਨਲੋਡ ਵੀ ਕਰਦੇ ਨੇ, ਡਾਟਾ ਨੂੰ ਇਕੱਠਾ ਵੀ ਕਰਦੇ ਨੇ, ਜਿਵੇਂ ਆਪਾਂ ਡਾਊਨਲੋਡ ਕਰ ਲੈਣੇ ਆ, ਇਕੱਠਾ ਕਰਕੇ ਰੱਖ ਲੈਣੇ ਆ। ਤਾਂ ਇਸ ਕਰਕੇ ਕਿ ਇੰਟਰਨੈਟ ਕੇ ਬਹੁਤ ਵੱਡਾ ਨੈਟਵਰਕ ਹੈ। ਇੰਟਰਨੈਟ ਤੁਹਾਨੂੰ ਦੱਸਿਆ ਇੱਕ ਪ੍ਰਾਈਵੇਟ ਕੰਪਿਊਟਰ ਨੈਟਵਰਕ ਦੀ ਤਰ੍ਹਾਂ ਹੀ ਵਰਤਿਆ ਜਾਂਦਾ ਹੈਗਾ। ਇਹ ਇੱਕ ਸੰਸਥਾ ਵਿੱਚ ਸਾਧਨਾਂ ਨੂੰ ਸ਼ੇਅਰ ਕਰਨ ਦੇ ਲਈ ਵਰਤਿਆ ਜਾਂਦਾ ਹੈਗਾ। ਇੰਟਰਨੈਟ ਇੱਕ ਬਹੁਤ ਆਸਾਨ ਤਰੀਕਾ ਜਿਹੜਾ ਜਿਸ ਨੂੰ ਇੱਕ ਬਿਲਡਿੰਗ ਦੇ ਵਿੱਚ, ਜਿਵੇਂ ਤੁਹਾਨੂੰ ਦੱਸਿਆ, ਇੱਕ ਲੈਂਡ ਦੀ ਤਰ੍ਹਾਂ ਹੀ ਕੀ ਇਹ ਵਰਤਿਆ ਜਾਂਦਾ ਹੈਗਾ, ਜਿੱਥੋਂ ਸੰਸਥਾ ਦੇ ਵਰਕਰ ਨੇ ਤੇਜ਼ੀ ਨਾਲ ਸੂਚਨਾ ਤੋਂ ਨਤੀਜਾ ਕੀ ਕਰਦੇ ਨੇ, ਪ੍ਰਾਪਤ ਕਰਦੇ ਨੇ, ਕੱਢਦੇ ਨੇਗੇ। ਇਹ ਕਿਸੇ ਕੰਪਨੀ ਦਾ ਪੋਰਟਲ ਵੀ ਹੋ ਸਕਦਾ ਹੈਗਾ। ਐਕਸਟਰਨੈਟ ਇੱਕ ਬਾਹਰੀ ਨੈਟਵਰਕ ਹੈ, ਠੀਕ ਹੈ। ਇਹ ਕੰਪਿਊਟਰ ਨੈਟਵਰਕ ਹੈ ਜਿਸ ਨੂੰ ਇੰਟਰਨੈਟ ਤੋਂ ਬਾਹਰ ਵਰਤਿਆ ਜਾਂਦਾ, ਠੀਕ ਹੈ। ਇਹਨੂੰ ਇੰਟਰਨੈਟ ਦਾ ਮਤਲਬ ਅੰਦਰਲਾ ਨੈਟਵਰਕ, ਐਕਸਟਰਨੈਟ ਮਤਲਬ ਬਾਹਰੀ ਨੈਟਵਰਕ, ਠੀਕ ਹੈ। ਉਦਾਹਰਨ, ਕੋਈ ਵੀ ਸੰਸਥਾ ਕਿਸੇ ਯੂਜ਼ਰ ਨੂੰ ਆਪਣੇ ਸਾਧਨ ਜਿਵੇਂ ਅੰਦਰੂਨੀ ਵੈਬਸਾਈਟ 'ਤੇ ਕੋਈ ਸਮਾਨ, ਟ੍ਰੇਨਿੰਗ ਸੂਚਨਾ ਪਾਉਣ ਦੀ ਆਗਿਆ ਦਿੰਦੀ ਹੈ, ਠੀਕ ਹੈ, ਜਦ ਕਿ ਇੰਟਰਨੈਟ ਯੂਜ਼ਰ ਨੂੰ ਇਸ ਸਖਤੀ ਨਾਲ ਮਨਾ ਕੀਤਾ ਜਾਂਦਾ ਹੈ। ਇਹਨੂੰ ਐਕਸੈਸ ਕਿਵੇਂ ਕਰਦੇ ਆਪਾਂ? VPN ਦੀ ਮਦਦ ਨਾਲ ਕੀ ਵਰਤਿਆ ਜਾਂਦਾ ਹੈ? ਵਰਚੁਅਲ ਪ੍ਰਾਈਵੇਟ ਨੈਟਵਰਕ। ਐਕਸਟਰਾ ਨੈਟਵਰਕ ਨੂੰ ਕਿਹਨਾਂ ਵਰਤਦੇ ਆਪਾਂ? ਵਰਚੁਅਲ ਪ੍ਰਾਈਵੇਟ ਨੈਟਵਰਕ ਦੀ ਮਦਦ ਨਾਲ ਕੀ ਵਰਤਿਆ ਜਾਂਦਾ ਹੈ। ਇਹਦੇ ਵਿੱਚ ਕਿਹੜਾ ਕੰਪਨੀ ਹੈ ਉਹ ਦੂਸਰੇ ਯੂਜ਼ਰ ਨੂੰ ਇੱਕ ਐਕਸੈਸ ਪ੍ਰਦਾਨ ਕਰਦੇ, ਤੁਸੀਂ ਹਾਂਜੀ ਇਹ ਵੈਬਸਾਈਟ ਨੂੰ ਕੀ ਕਰ ਸਕਦੇ ਹੋ, ਤੁਸੀਂ ਐਕਸੈਸ ਕਰ ਸਕਦੇ ਹੋ। ਜੋ ਕੋਈ ਸੂਚਨਾ ਲੈਣੀ ਹੈ, ਹਾਂਜੀ ਇਹ ਚੀਜ਼ ਨੂੰ ਐਕਸੈਸ ਕਰ ਸਕਦੇ ਹੋ। ਬਟ ਇੰਟਰਨੈਟ ਦੇ ਵਿੱਚ ਕੀ ਇੱਕ ਸੰਸਥਾ ਦਾ ਆਪਣਾ ਨਿੱਜੀ ਨੈਟਵਰਕ ਬਣਾ ਕੇ ਕੀ ਉਹਨੂੰ ਜਿਹੜੇ ਕਲਾਇੰਟਸ ਨੇ ਜਾਂ ਸੰਸਥਾ ਦੇ ਵਰਕਰ ਨੇ ਉਹਨੂੰ ਕੀ ਸੂਚਨਾ ਨੂੰ ਆਦਾਨ ਪ੍ਰਦਾਨ ਕਰਨ ਦੇ ਲਈ ਕੀ ਵਰਤਦੇ ਹਨ। ਠੀਕ ਹੈ ਜੀ। ਆਪਾਂ ਨੈਟਵਰਕਿੰਗ ਦੀ ਜ਼ਰੂਰਤ ਕਿਉਂ ਪਈ ਹੈ? ਤੁਹਾਨੂੰ ਪਤਾ ਹੀ ਹੈ, ਡਾਟਾ ਸ਼ੇਅਰ ਕਰਨ ਦੇ ਵਾਸਤੇ ਆਪਾਂ ਨੂੰ ਨੈਟਵਰਕਿੰਗ ਦੀ ਜ਼ਰੂਰਤ ਹੈ ਜੀ, ਠੀਕ ਹੈ। ਜਿਸ ਨਾਲ ਤੁਹਾਡਾ ਜਿਹੜਾ ਖਰਚਾ ਹੈਗਾ ਘੱਟ ਜਾਂਦਾ ਹੈਗਾ। ਪੀਅਰ ਟੂ ਪੀਅਰ ਨੈਟਵਰਕ ਨੂੰ ਦੱਸਦਾ ਹੈ ਇੱਕ ਸੇਮ ਦਰਜੇ ਦਾ ਕੀ ਹੈ ਨੈਟਵਰਕ ਹੁੰਦਾ, ਜਿਸ ਵਿੱਚ ਜਿਹੜੇ ਕਲਾਇੰਟ ਸਰਵਰ ਦੋਵੇਂ ਇੱਕੋ ਤਰ੍ਹਾਂ ਹੀ ਕੰਮ ਕਰਦੇ ਨੇ। ਹਰ ਇੱਕ ਕੰਪਿਊਟਰ ਕਲਾਇੰਟ ਸਰਵਰ ਦੇ ਵਿੱਚ ਤੁਹਾਨੂੰ ਦੱਸਿਆ ਹੈਗਾ ਇਹ ਵੱਡੇ ਨੈਟਵਰਕ ਨੂੰ ਵਿੱਚ ਵਰਤਿਆ, ਜਿਸ ਦੇ ਵਿੱਚ 10 ਤੋਂ ਲੈ ਕੇ 100 ਕੰਪਿਊਟਰ ਕਿੰਨੇ ਆਪਸ ਵਿੱਚ ਜੁੜੇ ਹੁੰਦੇ ਨੇ। ਬਟ ਜਦੋਂ ਇੱਕ ਕੰਪਿਊਟਰ ਕੀ ਹੈ ਸਰਵਰ ਨੂੰ ਰਿਕੁਐਸਟ ਭੇਜਦਾ ਤਾਂ ਉਹ ਸੇਵਾਵਾਂ ਪ੍ਰਦਾਨ ਕਰਦਾ, ਕੋਈ ਸੁਵਿਧਾ ਪ੍ਰਦਾਨ ਕਰਦਾ। ਨੈਟਵਰਕ ਨੂੰ ਬਣਾਉਣ ਦੇ ਜੋੜਨ ਦੇ ਤਰੀਕੇ ਤੁਹਾਨੂੰ ਦੱਸਿਆ, ਕੇਬਲ ਦੀ ਮਦਦ ਨਾਲ ਕਰ ਸਕਦੇ ਹੋ, ਵਾਈਫਾਈ ਰਾਊਟਰ ਦੀ ਮਦਦ ਨਾਲ ਕਰ ਸਕਦੇ ਹੋ, ਠੀਕ ਹੈ। ਕੋਈ ਸੈਟੇਲਾਈਟ ਵਰਤਣੇ ਤੁਸੀਂ ਉਸ ਚੀਜ਼ ਨੂੰ ਵਰਤ ਸਕਦੇ ਹੋ ਤੁਸੀਂ। ਤਾਂ ਤਿੰਨ ਥੋੜ੍ਹੇ ਨੈਟਵਰਕ ਨੇ, ਇੰਟਰਨੈਟਵਰਕ ਅਤੇ ਐਕਸਟਰਾਨੈਟ ਕੀ ਹੁੰਦਾ। ਤਾਂ ਇਸ ਦੇ ਬਾਰੇ ਤੁਸੀਂ ਪੜ੍ਹਨਾ ਹੈ ਜੀ। ਲੈਂਡ ਦਾ ਪੂਰਾ ਨਾਮ ਤੁਹਾਨੂੰ ਪਤਾ ਹੀ ਹੈ, ਲੋਕਲ ਏਰੀਆ ਨੈਟਵਰਕ। ਬੈਂਡ ਦਾ ਵਾਈਡ ਏਰੀਆ ਨੈਟਵਰਕ। ਉਹ ਕਿਹੜਾ ਮਾਡਲ ਹੈ ਜਿਹੜਾ ਇੱਕ ਕੰਪਿਊਟਰ ਕਲਾਇੰਟ ਅਤੇ ਸਰਵਰ ਦੋਵਾਂ ਦੀ ਤਰ੍ਹਾਂ ਕੰਮ ਕਰਦਾ ਹੈ? ਕੌਣ ਹੈ ਜੀ? ਉਹ ਹੈਗਾ ਆਪਣਾ ਜੀ ਪੀਅਰ ਟੂ ਪੀਅਰ ਮਾਡਲ। ਤਿੰਨ ਸਾਧਨਾਂ ਦੇ ਨਾਂ ਦੱਸੋ ਜਿਹੜੇ ਕੀ ਹੈ ਨੈਟਵਰਕ ਰਾਹੀਂ ਸ਼ੇਅਰ ਕੀਤੇ ਜਾਂਦੇ ਨੇ। ਪ੍ਰਿੰਟਰ ਸ਼ੇਅਰ ਕਰ ਲਓ, ਕੋਈ ਫੋਲਡਰ ਸ਼ੇਅਰ ਕਰਨਾ ਫੋਲਡਰ ਸ਼ੇਅਰ ਕਰ ਸਕਦੇ ਹੋ, ਕੋਈ ਡਾਟਾ ਸ਼ੇਅਰ ਕਰਨਾ ਡਾਟਾ ਸ਼ੇਅਰ ਕਰ ਸਕਦੇ ਹੋ, ਹਾਰਡ ਡਿਸਕ ਕਰ ਲਓ ਸ਼ੇਅਰ, ਠੀਕ ਹੈ ਜੀ। ਇਹ ਸਾਰੇ ਕੀ ਨੇ? ਰਿਸੋਰਸਿਸ ਨੇ ਆਪਣੇ। ਕਿਹੜਾ ਸੈਂਟਰਲਾਈਜ਼ ਸੁਰੱਖਿਆ ਡਾਟਾਬੇਸ ਦੀ ਵਰਤੋਂ ਕਰਦਾ ਹੈ? ਸੈਂਟਰਲਾਈਜ਼ ਤੇ ਸਰਵਰ ਹੀ ਕੰਮ ਕਰੂਗਾ, ਸੈਂਟਰਲਾਈਜ਼, ਠੀਕ ਹੈ ਜੀ। ਡੈਸ਼ ਨੂੰ ਸੁਵਿਧਾ ਦਾ ਚਾਹਵਾਨ ਕਿਹਾ ਜਾਂਦਾ ਜੀ। ਕਲਾਇੰਟ ਨੂੰ ਸੁਵਿਧਾ ਲੈਣ ਦਾ ਜਿਹੜਾ ਕੀ ਹੈ ਚਾਹਵਾਨ ਕਿਹਾ ਜਾਂਦਾ ਹੈ। ਸੁਵਿਧਾ ਪ੍ਰਦਾਨ ਕਰਨ ਵਾਲਾ ਕੌਣ ਹੁੰਦਾ ਜੀ? ਸਰਵਰ। ਜਿਹੜਾ ਸੇਵਾਵਾਂ ਪ੍ਰਦਾਨ ਕਰਦਾ ਦੂਜੇ ਕੰਪਿਊਟਰਾਂ ਨੂੰ ਉਹ ਕੌਣ ਹੁੰਦਾ ਜੀ? ਸਰਵਰ। ਜਿਹੜਾ ਸੁਵਿਧਾ ਲੈਂਦਾ ਹੈਗਾ, ਸੇਵਾਵਾਂ ਲੈਂਦਾ, ਉਹਨੂੰ ਕੀ ਬੋਲਦੇ ਆਪਾਂ? ਕਲਾਇੰਟ, ਜਾਂ ਪੀਅਰ ਟੂ ਪੀਅਰ ਵੀ ਬੋਲਦੇ ਨੇ ਨੈਟਵਰਕ। ਦੁਨੀਆ ਦਾ ਸਭ ਤੋਂ ਵੱਡਾ ਨੈਟਵਰਕ ਕਿਹੜਾ ਜੀ? ਇੰਟਰਨੈਟ, ਠੀਕ ਹੈ ਜੀ। ਇੰਟਰਨੈਟ ਕੀ ਦੁਨੀਆ ਦਾ ਸਭ ਤੋਂ ਵੱਡਾ ਨੈਟਵਰਕ। ਡੈਸ਼ ਨੂੰ ਜ਼ਿਆਦਾਤਰ ਸੰਸਥਾ ਵਿੱਚ ਪ੍ਰਾਈਵੇਟ ਨੈਟਵਰਕ ਕਿਹਾ ਜਾਂਦਾ ਹੈ। ਕੌਣ ਹੈ ਜੀ? ਇੰਟਰਾ ਨੈਟਵਰਕ, ਕਿਉਂਕਿ ਇੰਟਰਨਲੀ ਜਿਹੜੇ ਕੰਪਨੀਆਂ ਦੁਆਰਾ ਇਹ ਪੋਰਟਲ ਬਣਾਇਆ ਜਾਂਦਾ ਹੈ ਜਿਸ ਦੇ ਵਿੱਚ ਜਿਹੜੇ ਡਾਟਾ ਐਕਸੈਸ ਕਰਦੇ ਨੇ ਵਿਦਿਨ ਆਰਗੇਨਾਈਜੇਸ਼ਨਸ ਓਨਲੀ, ਠੀਕ ਹੈ ਜੀ। ਉਸ ਤੋਂ ਅਸੀਂ OSI ਮੋਡਲਸ ਹੁੰਦੇ ਨੇ, ਇਸ ਦੇ ਬਾਰੇ ਆਪਾਂ ਕੱਲ੍ਹ ਨੂੰ ਪੜ੍ਹਾਂਗੇ ਕਿ OSI ਮੋਡਲ ਤੁਸੀਂ